ਤੇ ਹੁਣ ਗੱਲ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਜਿਸ ਦੇ ਵੱਲੋਂ ਦੀ ਕੁਝ ਅਹਿਮ ਫੈਸਲੇ ਲਏ ਗਏ ਨੇ। ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ 'ਚ ਹੋਈ ਐਸਜੀਪੀਸੀ ਦੀ ਬੈਠਕ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ, ਜਿਨ੍ਹਾਂ 'ਚੋਂ ਅਹਿਮ ਫੈਸਲੇ ਦੇ ਤਹਿਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾ ਦੇਣ ਤੋਂ ਇਨਕਾਰ ਕਰਨ ਵਾਲੇ ਅਰਦਾਸੀਏ ਭਾਈ ਬਲਬੀਰ ਸਿੰਘ ਨੂੰ ਮੁੜ ਬਹਾਲ ਕਰ ਦਿੱਤਾ ਗਿਆ। ਅਸਲ 'ਚ ਮੁੱਖ ਮੰਤਰੀ ਨੂੰ ਸਿਰੋਪਾ ਨਾ ਦੇਣ ਤੇ ਦਰਬਾਰ ਸਾਹਿਬ ਤੋਂ ਭਾਈ ਬਲਬੀਰ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਸੀ, ਪਰ ਜਿਸ ਥਾਂ ਉਹਨਾਂ ਦਾ ਤਬਾਦਲਾ ਕੀਤਾ ਸੀ ਉਹਨਾਂ ਨੇ ਉੱਥੇ ਸੇਵਾ ਨਹੀਂ ਸੰਭਾਲੀ ਸੀ। ਐਸਜੀਪੀਸੀ ਮੁਖੀ ਕਿਰਪਾਲ ਸਿੰਘ ਬਡੂੰਗਰ ਨੇ ਪੰਜ ਪਿਆਰਿਆਂ ਦੀ ਬਹਾਲੀ ਤੇ ਵੀ ਵਿਚਾਰ ਕਰਨ ਦਾ ਭਰੋਸਾ ਦਿਵਾਇਆ। ਸੋ ਅਰਦਾਸੀਏ ਸਿੰਘ ਬਲਬੀਰ ਸਿੰਘ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ। ਮੁੱਖ ਮੰਤਰੀ ਨੂੰ ਸਿਰੋਪਾ ਦੇਣ ਤੋਂ ਉਹਨਾਂ ਨੇ ਇਨਕਾਰ ਕੀਤਾ ਸੀ। ਤੁਹਾਨੂੰ ਦੱਸ ਦਈਏ ਕਿ ਅਰਦਾਸੀਏ ਭਾਈ ਬਲਬੀਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਹੁਣ ਬਹਾਲ ਕਰ ਦਿੱਤਾ ਗਿਆ। ਉਧਰ ਨਾਲ ਹੀ ਐਸਜੀਪੀਸੀ ਮੁਖੀ ਨੇ ਦੱਸਿਆ ਕਿ ਉਹਨਾਂ ਦਾ ਪੰਜੇ ਤਖਤਾਂ ਦੇ ਸਿੰਘ ਸਾਹਿਬਾਨ ਨੂੰ ਵੀ ਉਹਨਾਂ ਨੇ ਆਪਣੀ ਅਗਵਾਈ ਕਰਨ ਦੀ ਅਪੀਲ ਕੀਤੀ ਹੈ। ਉਸੇ ਸਮੇਂ 'ਚ ਭਾਈ ਬਲਬੀਰ ਸਿੰਘ ਜੀ ਅਰਦਾਸੀਆ ਸਿੰਘ ਜਿਹੜੇ ਸੀ, ਉਹ ਸਾਰੇ ਕੇਸ ਦਾ ਤੁਹਾਨੂੰ ਪਤਾ, ਰਿਪੀਟ ਕਰਨ ਦੀ ਲੋੜ ਨਹੀਂ। ਉਹਨਾਂ ਨੇ ਦੁਬਾਰਾ ਬਹਾਲ ਕਰਕੇ ਸੀ, ਉਹਦੀ ਪੋਸਟਿੰਗ ਅਜੇ ਕਰਤੀ, ਇੱਥੇ ਬਹਾਲ ਕਰਤਾ, ਬਹਾਲ ਕਰਕੇ ਤੇ ਪੋਸਟਿੰਗ ਕਰਤੀ। ਸਾਹਿਬਾਨ ਨੂੰ ਮੈਂ ਸਦਾਚਾਰਕ ਤੌਰ ਤੇ ਮਿਲਿਆ ਸੀ ਔਰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਡੀ ਪੂਰੀ ਪੰਥਕ ਮਸਲੇ ਦੀ ਅਗਵਾਈ ਕਰੋ ਤਾਂ ਜੋ ਅਸੀਂ ਯੋਗ ਫੈਸਲੇ ਕਰ ਸਕੀਏ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੋ ਲੋਕਾਂ ਨੂੰ ਆਸਾਂ ਮਿਲਦੇ ਨੇ ਉਹਦੇ ਅਸੀਂ ਪੂਰਾ ਉਤਰ ਸਕੀਏ। ਸਾਨੂੰ ਉਹਨਾਂ ਨੇ ਸਾਰੇ ਸਿੰਘ ਸਾਹਿਬਾਨ ਹਾਜ਼ਰ ਸਨ, ਉਹਨਾਂ ਨੇ ਪੂਰਾ ਸਹਿਯੋਗ ਦਾ ਵਿਸ਼ਵਾਸ ਦਵਾਇਆ। ਤੇ ਹੁਣ ਗੱਲ ਕਰਾਂਗੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੀ, ਜਿਸ ਦਾ ਦਾਇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਆਪਣੇ ਬਠਿੰਡਾ ਦੌਰੇ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ ਲੋੜਵੰਦ ਪਰਿਵਾਰਾਂ ਨੂੰ ਗੈਸ ਚੁੱਲ੍ਹੇ ਵੰਡੇ ਤੇ ਸਕੀਮ ਦੀ ਜੰਮ ਕੇ ਤਾਰੀਫ ਕੀਤੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੀ ਲਾਂਚਿੰਗ ਦੇ ਤਹਿਤ ਗਰੀਬ ਪਰਿਵਾਰਾਂ ਨੂੰ ਗੈਸ ਚੁੱਲ੍ਹੇ ਵੰਡਣ ਪਹੁੰਚੇ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਗਰੀਬ ਪਰਿਵਾਰਾਂ ਦੇ ਬੈਂਕ ਖਾਤੇ ਖੁਲਵਾਏ ਜਿਨ੍ਹਾਂ ਨੇ ਕਦੇ ਬੈਂਕ ਜਾ ਕੇ ਵੀ ਨਹੀਂ ਦੇਖਿਆ ਸੀ ਅਤੇ ਉਸ ਤੋਂ ਬਾਅਦ ਗਰੀਬ ਪਰਿਵਾਰਾਂ ਨੂੰ 2-2 ਲੱਖ ਦੇ ਬੀਮੇ ਕਰਵਾਏ ਗਏ। ਅੱਜ ਜਿਨ੍ਹਾਂ ਦੇ ਘਰਾਂ 'ਚ ਚੁੱਲ੍ਹੇ ਨਹੀਂ, ਉਹਨਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਵੱਲੋਂ ਕਰੋੜਾਂ ਗਰੀਬ ਪਰਿਵਾਰਾਂ ਨੂੰ ਗੈਸ ਚੁੱਲ੍ਹੇ ਅਤੇ ਸਿਲੰਡਰ ਦਿੱਤੇ ਜਾ ਰਹੇ ਨੇ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਕਰੀਬ 3 ਲੱਖ ਗਰੀਬ ਪਰਿਵਾਰਾਂ ਨੂੰ ਸਿਲੰਡਰ ਅਤੇ ਗੈਸ ਚੁੱਲ੍ਹੇ ਵੰਡੇ ਜਾਣਗੇ। ਲੱਖ ਪਰਿਵਾਰਾਂ ਨੂੰ ਪੰਜਾਬ ਵਿੱਚ ਗੈਸ ਸਿਲੰਡਰ ਤੇ ਚੁੱਲ੍ਹੇ ਵੰਡੇ ਜਾਣਗੇ। ਇਹ ਉਹਨਾਂ ਦੇ ਨਾਲ ਦੇ ਜੇ ਕੋਈ ਹੋਰ ਜੇ ਰਹਿ ਜਾਂਦਾ ਹੈ ਜਿਨ੍ਹਾਂ ਦੇ ਘਰ 'ਚ ਸਿਲੰਡਰ ਚੁੱਲ੍ਹਾ ਨਹੀਂ ਹੈਗਾ, ਉਹਨਾਂ ਗਰੀਬਾਂ ਨੂੰ ਵੀ ਦਿੱਤੇ ਜਾਣ। ਇਸ ਦੌਰਾਨ ਉਹਨਾਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਵੀ ਸਿੱਧੇ ਹੱਥ ਲਿਆ। ਸੋ ਇਹ ਝੂਠਾ ਪ੍ਰਚਾਰ, ਝੂਠੀ ਰਾਜਨੀਤੀ, ਝੂਠ ਦੇ ਬੁਨਿਆਦ 'ਚ ਖੜੀ ਹੋਈ ਆਮ ਆਦਮੀ ਦੀ ਪਾਰਟੀ ਅੱਜ ਪ੍ਰਧਾਨ ਮੰਤਰੀ ਨੇ ਇਹ ਨੋਟਬੰਦੀ ਪਾ ਕੇ ਉਹ ਸਾਰੇ ਭ੍ਰਿਸ਼ਟਾਚਾਰ ਕਾਲੇ ਧਨ ਨੂੰ ਕੂੜਾ ਦੇ ਰੱਦੀ ਦੇ ਢੇਰ ਬਣਾਤਾ। ਦਿਨ ਚੋਣਾਂ ਦੇ ਨੇ, ਸੋ ਦਾਅਵਿਆਂ ਤੇ ਵਾਅਦੇ ਦੇ ਨਾਲ ਇਲਜ਼ਾਮ ਤਰਾਸ਼ੀ ਦਾ ਦੌਰ ਵੀ ਪੱਕਿਆ ਹੋਇਆ ਹੈ। ਗੋਬਿੰਦ ਸੈਣੀ, ਜ਼ੀ ਮੀਡੀਆ, ਬਠਿੰਡਾ। ਤੇ ਹੁਣ ਗੱਲ ਕਰਾਂਗੇ ਪੰਜਾਬ ਰਿਪੋਰਟ ਦੀ। ਪੰਜਾਬ ਰਿਪੋਰਟ ਦੇ ਜ਼ਰੀਏ ਅਸੀਂ ਤੁਹਾਨੂੰ ਤੁਹਾਡੇ ਹਲਕੇ ਦਾ ਹਾਲ ਦਿਖਾਵਾਂਗੇ ਤੇ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜੋ ਤੁਹਾਡੇ ਨੁਮਾਇੰਦੇ ਨੇ ਤੁਹਾਡੇ ਨਾਲ ਵਾਅਦੇ ਕੀਤੇ ਸਨ ਉਹ ਕਿੰਨੇ ਕੁ ਪੂਰੇ ਹੋਏ ਨੇ। ਤੇ ਅੱਜ ਪੰਜਾਬ ਰਿਪੋਰਟ ਵਿੱਚ ਤੁਹਾਨੂੰ ਰਾਜਪੁਰਾ ਹਲਕੇ ਦਾ ਹਾਲ ਦਿਖਾਉਂਦੇ ਹਾਂ, ਜਿੱਥੇ ਦਬਦਬਾ ਕਾਂਗਰਸ ਦਾ ਰਿਹਾ ਹੈ, ਪਰ ਆਗਾਮੀ ਵਿਧਾਨ ਸਭਾ ਚੋਣਾਂ ਲਈ ਕਿਹੜੇ ਮੁੱਦੇ ਰਾਜਪੁਰਾ ਦੇ ਲਈ अहम ने, आओ जानते हैं। पंजाब रिपोर्ट के तहत इस बार बात राजपुरा हल्का विधानसभा की। इस विधानसभा का ज़्यादातर हिस्सा ग्रामीण हिस्सा है, क्योंकि इसमें 100 के करीब छोटे बड़े गांव हैं। तो आइए देख लेते हैं पंजाब रिपोर्ट के तहत कि इस विधानसभा क्षेत्र की जनता की क्या है समस्याएं और क्या मिली हैं सुविधाएं। NH1 ਦੇ ਪੰਜਾਬ ਦਾ ਪਹਿਲਾ ਹਲਕਾ ਰਾਜਪੁਰਾ, ਜਿਸ ਦੀ ਵਿਕਾਸ ਦੀ ਤਸਵੀਰ ਕਰੀਬ ਤੋਂ ਦੇਖਣ ਦੇ ਲਈ
जी पंजाब हरियाणा हिमाचल की टीम इस हल्के च पहुंची। राजपुरा हल्के ते कांग्रेस का दबदबा रहा है। इस हल्के की विकास की डोर 7 वार कांग्रेस को सौंपी जा चुकी है, जबकि 2 वार बीजेपी और 1 वार अकाली दल का विधायक राजपुरा तो जेतू रह चुका है। मौजूदा वक्त विच कांग्रेस के हरदयाल सिंह कंबोज राजपुरा तो विधायक ने। हरदयाल कंबोज ने 2012 अकाली दल के राज खुराना नूं हराया सी। राज खुराना नूं 31,510 वोटां के फर्क नाल हार का सामना करना पिया सी। इस हल्के का वड्डा हिस्सा पेंडू है। इसे सबसे बड़ी समस्या सड़कों की नजर आ रही है। जेकर तुहानूं राजपुरा के अंदरूनी इलाकों तो गुजरना है तो प्रीख्या तुहाडी भी होएगी अते तुहाडी गड्डी दी भी, क्योंकि सड़कों के हालात बेहद खराब ने। गंदगी सानू कई थावां ते नजर आई, सफाई की जरूरत महसूस हुई। हल्का राजपुरा के ग्रामीण क्षेत्र की बात करें तो 98 गांव इस हल्का में पड़ते हैं और गांव की समस्याओं की बात करें तो कई समस्याएं हैं जिनको गांव वाले झेलते हैं। सड़क की समस्या इस वक्त हम आपको दिखा रहे हैं। गांव मनौली में है, यहाँ पे आप देख सकते हैं कि सड़क कितनी खस्ता हाल है। वैसे तो यहाँ इस सड़क से गाड़ियाँ जो है वो गुजर ही नहीं पाती और जो गुजरती हैं उनको नुकसान उठाना पड़ सकता है। आप देख सकते हैं कि यहाँ से गुजरने वाली हर गाड़ी जो है उसको कहीं ना कहीं कोई दिक्कत जो है यहाँ पर चलने में जरूर आ रही है। ये आज की खस्ता नहीं है, इसको साल हो गया खस्ता हुई। हमने कई बारी पेपर में दवा लिया, लोगों के नारे भी ला लिए, मुर्दाबाद भी कह लिया लोग गवर्नमेंट नूं, इस पर कोई ध्यान नहीं दे रहा है। जेईबी नूं बुला के भी दिखा लिया, उन्होंने भी बेनती कर ली भाई सड़क का ठीक करो, हमारी बहुत मुश्किल आ रही। बट टाइम रसी इतनी लंबी लाइन लग जाती है कि साड़ी जी लेडीज़ बीबियाँ जो गोहा कूड़ा करकट लेके जहाँ ना वो 15-18 घंटा खड़ी रहा। ਤੁਸੀਂ ਤਾਂ ਦੇਖੋ क्या हाल हो रहा है, सड़कों का किन्ने टेस्ट हो रहे हैं, देख लिया ਤੁਸੀਂ ਤਾਂ ਕੱਡੇ ਟੋਏ ਪੈਰੇ ਬੱਚੇ ਵੀ ਹੈਰਾਨੀ ਆ ਧੁੰਦ 'ਚ ਬੜੀ ਹੋ ਜੀ ਗੱਡੀਆਂ ਘਰਾਂ ਖੜੀਆਂ ਕਿਆ ਫਾਇਦਾ ਇਹਦਾ ਲਈਆਂ ਗਾ। ਸੜਕਾਂ ਦੇ ਨਾਲ ਹੀ ਇੱਥੋਂ ਦੇ ਬਾਸ਼ਿੰਦੇ ਪਾਣੀ ਦੀ ਸਮੱਸਿਆ ਤੋਂ ਵੀ ਪਰੇਸ਼ਾਨ ਨਜ਼ਰ ਆਏ। ਸਿਹਤ ਸੰਬੰਧੀ ਪਰੇਸ਼ਾਨੀਆਂ ਸਾਨੂੰ ਰਾਜਪੁਰਾ 'ਚ ਨਜ਼ਰ ਆਈਆਂ। ਲੋਕਾਂ ਦੀ ਸ਼ਿਕਾਇਤ ਹੈ ਕਿ ਇੱਥੇ ਕੋਈ ਚੰਗਾ ਹਸਪਤਾਲ नहीं है। समस्या तो यहाँ अस्पताल कोई नहीं है, बीमारी वास्ते कोई ऐसा निजी ऐसा बड़ा गांव है, नेड़े तेड़े सब गांव लगते हैं, कोई बड़ा कोई चंगा छोटा अस्पताल होना चाहिए ताकि ਜਿਹੜੇ गरीब आदमी है वो बहुत ही दूर ना जान। ਇੱਥੋਂ ਦੇ ਸੇਵਾ ਕੇਂਦਰ ਜਨਤਾ ਦੀ ਸੇਵਾ ਕਰਦੇ ਨਜ਼ਰ ਨਹੀਂ ਆਉਂਦੇ। ਨਜ਼ਰ ਆਉਂਦੇ ਨੇ ਤਾਂ ਸਿਰਫ ਸੇਵਾ ਕੇਂਦਰ ਤੇ ਲੱਗੇ ਤਾੜੇ। इस वक्त हम मनौली के मनौली गांव में सुविधा केंद्र पर हैं और ये जो सुविधा केंद्र है इस सुविधा केंद्र से गांव वालों को कोई सुविधा ही नहीं मिल पा रही। बताया ये जा रहा है कि जब से ये सुविधा केंद्र बना है तब से इस पर ताला लटका हुआ है और कहा यह भी जा रहा है कि विधानसभा राजपुरा के अधिकतर गांवों में बने इस तरह के सुविधा केंद्रों पर इसी तरह से ताला लटका हुआ है। नहीं सुविधा बने ਨੂੰ 6-7 ਮਹੀਨੇ ਹੋ ਗਏ, ਬਾਕੀ ਸੁਵਿਧਾ ਕੋਈ ਨਹੀਂ ਆਈ। ਮੈਨੂੰ ਤੰਗ ਹੋਣਾ ਪਵਾ ਜੀ, ਬਨੂੜ ਮੋਹਾਲੀ ਵਗੈਰਾ ਜਾਣਾ ਪਵਾ ਆਪਣੇ ਕਾਗਜ਼ ਪੱਤਰਾਂ ਵਾਸਤੇ। खुला ही नहीं है, ਖੋਲਤਾ तो है ही पर ਹੁੰਦਾ नहीं, कोई फर्क ही नहीं है। खोलना मतलब कि सामान समूह रख के चले जा, हाँ ताला ही लग। कोई काम 20-25 किलोमीटर तो मोहाली है जी, अगर ज़्यादा ही काम पड़ता है, अगर थोड़ा काम पे बनूड़ जाना पड़ता है कचहरी में जी। मौजूदा कांग्रेसी विधायक हरदयाल सिंह कंबोज का दावा है कि उन्होंने अपने हल्के 'ਚ काफी काम किए ने। कम होर भी होंगे पर अकाली बीजेपी सरकार ने इस हल्के 'ਚ विकास की रफ्तार ਨੂੰ ਸੁਸਤੀ ਰੱਖਿਆ। ਓਪੋਜੀਸ਼ਨ 'ਚ ਰਹਿ ਕੇ ਵੀ ਮੈਂ ਆਪਣੇ ਹਲਕੇ ਦੀ ਜਨਤਾ ਦੇ ਲਈ ਬਹੁਤ ਲੜਾਈ ਲੜੀ ਆ। ਜਿੱਥੇ ਅਸੀਂ ਅੱਜ ਖੜੇ ਆ ਇਸ ਇਲਾਕੇ ਦੇ ਅੰਦਰ ਪਾਣੀ ਦਾ ਸਭ ਤੋਂ ਵੱਡੀ ਸਮੱਸਿਆ ਹੈ। ਬਨੂੜ ਕੈਨਾਲ ਜਿਹੜਾ ਪਿਛਲੇ ਬਹੁਤ ਸਮੇਂ ਤੋਂ ਰੁਕਿਆ ਹੋਇਆ ਸੀ, ਮੈਂ ਵਿਧਾਨ ਸਭਾ ਦੇ ਵਿੱਚ ਅਤੇ ਬਹੁਤ ਉੱਪਰ ਕੋਸ਼ਿਸ਼ ਕਰਕੇ ਲੈ ਕੇ ਆਏ ਤੇ ਉਹ ਨਹਿਰ ਜਿਹੜੀ ਹੈਗੀ ਹੈ ਬਣਨੀ ਸ਼ੁਰੂ ਹੋ ਗਈ, ਜਿਹਦੇ ਨਾਲ ਲਗਭਗ 60 ਪਿੰਡਾਂ ਨੂੰ ਮੇਰੇ ਇਲਾਕੇ ਦੇ ਨੂੰ ਜਿਹੜਾ ਪਾਣੀ ਉਹ ਮਿਲੇਗਾ। ਜਿੰਨਾ ਵੀ ਉਰੇ ਕੁਛ ਹੋਇਆ ਪਹਿਲਾਂ ਉਹ ਕਾਂਗਰਸ ਸਰਕਾਰ ਦੇ ਦੌਰਾਨ ਹੀ ਹੋਇਆ। ਇਹਨਾਂ ਨੇ 10 ਸਾਲ ਦੇ ਅੰਦਰ ਇਸ ਹਲਕੇ 'ਚ ਫੁੱਟੀ ਕੋਡੀ ਵੀ ਨਹੀਂ ਲਾਈ। ਆਮ ਆਦਮੀ ਪਾਰਟੀ ਵਿਕਾਸ ਨਾ ਹੋਣ ਦੀ ਜ਼ਿੰਮੇਵਾਰ ਅਕਾਲੀ ਦਲ ਅਤੇ ਕਾਂਗਰਸ ਨੂੰ ਮੰਨਦੀ ਹੈ। ਮਤਲਬ ਕਿ ਸਾਡੇ ਆਪੋਜੀਸ਼ਨ ਦਾ ਕੈਂਡੀਡੇਟ ਹੋਣ ਕਰਕੇ ਤੇ ਬਾਕੀ ਉਹਨੇ ਵੀ ਕੋਈ ਜ਼ਿਆਦਾ ਦਿਲਚਸਪੀ ਨਹੀਂ ਵਿਖਾਈ ਕਿ ਮੈਂ ਤੇ ਜੀ ਮਤਲਬ ਕਿ ਆਪਣਾ ਹੁਣ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ, ਭਾਵੇਂ ਚਾਹੇ ਮੈਂ ਐਮਐਲਏ ਬਣ ਗਿਆ ਕਿ ਮੇਰੀ ਸਰਕਾਰ 'ਚ ਕੋਈ ਨਹੀਂ ਚੱਲਦੀ, ਇਸ ਕਰਕੇ ਲੋਕਾਂ ਦਾ ਕੰਮ ਕਾਜ ਉਹਨੇ ਵੀ ਨਹੀਂ ਕੀਤਾ। ਪਰ ਅਕਾਲੀ ਦਲ ਨੇ ਵਿਰੋਧੀ ਧਿਰ ਦੇ ਸਾਰੇ ਇਲਜ਼ਾਮਾਂ ਨੂੰ ਸਿਰੋਂ ਖਾਰਿਜ ਕੀਤਾ ਹੈ ਅਤੇ ਕਿਹਾ ਕਿ ਅਕਾਲੀ ਦਲ ਬੀਜੇਪੀ ਦੇ ਰਾਜ ਵਿੱਚ ਵਿਕਾਸ ਅਤੇ ਵਿਕਾਸ ਹੀ ਹੋਇਆ ਹੈ। ਜਿਹੜੀ ਹਲਕਾ ਵਿਧਾਇਕ ਹੈ ਜੀ ਉਹ ਆਪ ਨਾਕਾਮ ਹੈ ਕੁਛ ਕਰਨ ਦੇ ਵਿੱਚ। ਜਦੋਂ ਬੰਦਾ ਕੁਛ ਆਪ ਨਹੀਂ ਕਰਦਾ ਤਾਂ ਉਹ ਦੂਜਿਆਂ ਤੇ ਦੁਸ਼ਮਣਬਾਜ਼ੀ, ਦੂਜਿਆਂ ਤੇ ਬਲੇਮ ਮੜਦਾ। ਮੈਂ ਕਹਿੰਦਾ ਉਹ ਦੱਸੇ ਵੀ ਕਿਹੜੀ ਰਾਜਪੁਰੇ ਦੇ ਵਿੱਚ ਡਿਵੈਲਪਮੈਂਟ ਨਹੀਂ ਹੋਈ। ਠੀਕ ਹੈ, ਰਾਜਪੁਰਾ ਕਿਸ ਪੱਖੋਂ ਪਛੜਿਆ
ਅਸੀਂ ਕਹਿੰਦੇ ਹਾਂ ਜੋ ਰਾਜਪੁਰੇ ਦੀ ਡਿਵੈਲਪਮੈਂਟ ਹੈ ਉਹ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਦੇ ਵਿੱਚ ਬਹੁਤ ਹੀ ਉੱਚ ਲੈਵਲ ਤੇ ਹੋਈ ਹੈ। ਦਾਅਵਿਆਂ ਤੇ ਇਲਜ਼ਾਮਾਂ ਦੇ ਵਿਚਾਲੇ ਵਿਕਾਸ ਦੀ ਅਸਲ ਤਸਵੀਰ ਰਾਜਪੁਰਾ ਦੇ ਨਿਵਾਸੀਆਂ ਦੇ ਸਾਹਮਣੇ ਹੈ। ਫੈਸਲਾ ਉਹਨਾਂ ਨੂੰ ਕਰਨਾ ਹੈ ਕਿ ਕੌਣ ਹੈ ਜਿਸ ਦੇ ਸਿਰ ਤੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਾ ਸਿਹਰਾ ਬਣਿਆ ਦੇਖਣਾ ਪਸੰਦ ਕਰਨਗੇ। ਕੁਲਬੀਰ ਦੀਵਾਨ, ਜ਼ੀ ਮੀਡੀਆ, ਰਾਜਪੁਰਾ।